ਜਦੋਂ ਕੋਈ ਜਾਗਰਤ ਪੁਰਸ਼ ਹੁੰਦਾ ਹੈ ਨਾ, ਅੰਦਰੋਂ ਜਾਗਿਆ ਹੋਇਆ, ਉਹਨੂੰ ਹੀ ਸਤਿਗੁਰੂ ਕਹਿੰਦੇ ਹਨ। ਤੋ ਧਿਆਨ ਦੇ ਨਾਲ ਨਾਲ ਦੂਸਰੀ ਗੱਲ ਵੀ ਕਹਿੰਦਾ ਹੈ ਵੀ ਤੁਸੀਂ ਧਿਆਨ ਹਟਾਉਣਾ ਵੀ ਹੈ ਬਾਹਰੋਂ। ਸ਼ਬਦ ਦੇ ਨਾਲ ਨਾਲ ਦੂਸਰੀ ਗੱਲ ਵੀ ਕਹਿੰਦਾ ਹੈ ਵੀ ਸ਼ਬਦਾਂ ਵੱਲੋਂ ਬਾਹਰੋਂ ਹਟਾਉਣਾ ਵੀ ਹੈ, ਧਿਆਨ ਵਿਚਾਰਾਂ ਵੱਲੋਂ ਹਟਾਉਣਾ ਹੈ। ਔਸ਼ਧੀ ਖਾਣੀ ਹੈ ਪਰ ਪਰਹੇਜ਼ ਵੀ ਕਰਨਾ ਹੈ ਬਾਹਰ, ਤਾਂ ਹੀ ਔਸ਼ਧੀ ਕੰਮ ਕਰੇਗੀ। ਤੇ ਜਦੋਂ ਸਤਿਗੁਰੂ ਹੁੰਦੇ ਹਨ ਉਦੋਂ ਇਹ ਦੂਸਰੀ ਗੱਲ ਹਰ ਇੱਕ ਸਾਧਕ ਨੂੰ ਕਹਿੰਦੇ ਹਨ। ਦਰਅਸਲ ਦੂਸਰੀ ਗੱਲ ਪਹਿਲਾਂ ਕਹੀ ਜਾਂਦੀ ਹੈ। ਤੁਸੀਂ ਇਹ ਵੀ ਗੱਲ ਖਿਆਲ ਵਿੱਚ ਲਓ, ਤੁਹਾਨੂੰ ਪਤਾ ਲੱਗ ਜਾਵੇਗਾ ਵੀ ਕਿਉਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ। ਇੱਧਰ ਵੀ ਜਿਵੇਂ ਅਕਸਰ ਕਹਿੰਦੇ ਹਨ ਸਿੱਖ ਵੀ, ਹੋਰ ਧਰਮਾਂ ਦੇ ਲੋਕ ਵੀ ਮਨ ਨੂੰ ਇਕਾਗਰ ਕਰਨਾ ਹੈ। ਇਕਾਗਰ ਕਰਨ ਵਾਸਤੇ ਵਿਪੱਸਨਾ ਹੈ, ਧਿਆਨ ਹੈ, ਯੋਗ ਹੈ, ਜਿੰਨੀਆਂ ਵੀ ਸਾਧਨਾ ਹਨ ਸਾਰੀਆਂ ਦਾ ਮਕਸਦ ਇੱਕੋ ਹੀ ਹੈ ਵੀ ਮਨ ਨੂੰ ਇਕਾਗਰ ਕਰਨਾ। ਉਹ ਕੋਈ ਸ਼ਬਦ 'ਤੇ ਕਰ ਰਿਹਾ ਹੈ ਜਾਂ ਨਾਮ 'ਤੇ ਕਰ ਰਿਹਾ ਹੈ, ਇਕਾਗਰ ਕਰਨਾ ਹੈ। ਪਰ ਇਕਾਗਰ ਉਦੋਂ ਹੁੰਦਾ ਹੈ ਮਨ ਜਦੋਂ ਬਾਹਰੋਂ ਧਿਆਨ ਹਟ ਜਾਵੇ ਪੂਰਾ ਦਾ ਪੂਰਾ ਸੰਸਾਰ ਵੱਲ। ਥੋੜ੍ਹੇ ਚਿਰ ਵਾਸਤੇ ਇਕਾਗਰ ਹੋਇਆ ਮਨ ਇਕਾਗਰ ਨਹੀਂ ਹੁੰਦਾ ਹੈ। ਕਈ ਸੋਚ ਲੈਂਦੇ ਹਨ ਵੀ ਸਵੇਰੇ ਸ਼ਾਮ ਥੋੜ੍ਹਾ ਜਿਹਾ ਧਿਆਨ ਕਰ ਲਿਆ, ਜਿਵੇਂ ਜਪ ਕਰਨ ਵਾਲੇ ਵੀ ਸਵੇਰੇ ਸ਼ਾਮ ਕਰਦੇ ਹਨ। ਨਹੀਂ, ਇਹ ਤਾਂ ਲਗਾਤਾਰ ਹੋਵੇਗਾ ਤਾਂ ਹੀ ਮਨ ਟਿਕੇਗਾ ਨਾ। ਹੁਣ ਜਿਹੜੀ ਵਿਚਾਰਧਾਰਾ 'ਚ ਜ਼ਿਆਦਾ ਮਨ ਹੋਵੇਗਾ ਤਾਂ ਮਨ ਉੱਧਰ ਜਾਵੇਗਾ। ਤੁਸੀਂ ਇਉਂ ਸੋਚੋ ਵੀ ਅਗਰ ਤੁਸੀਂ 6-7 ਘੰਟੇ ਸੌਂਦੇ ਹੋ ਰਾਤ ਨੂੰ, ਤਾਂ ਬਾਕੀ ਜਿਹੜਾ ਮਨ ਹੈ ਜ਼ਿਆਦਾਤਰ ਸੰਸਾਰ ਦੀ ਵਿਚਾਰਧਾਰਾ 'ਚ ਉਲਝਿਆ ਰਹਿੰਦਾ। ਅਗਰ ਧਿਆਨ ਵੀ ਕਰਦੇ ਤਾਂ ਥੋੜ੍ਹਾ ਬਹੁਤਾ ਆਉਂਦਾ ਹੈ ਕੋਲ, ਅਤੇ ਜਿੱਧਰ ਜ਼ਿਆਦਾ ਜਾ ਰਿਹਾ ਹੈ ਮਨ ਉੱਧਰ ਨੂੰ ਜਾਵੇਗਾ। ਉੱਧਰੋਂ ਘਟਾਉਣਾ ਹੈ ਸੰਸਾਰ ਵੱਲ, ਅਤੇ ਦੂਸਰੇ ਪਾਸੇ ਜ਼ਿਆਦਾ ਆਵੇ ਜਪ ਵੱਲ, ਸ਼ਬਦ ਵੱਲ। ਸ਼ਬਦ ਵੱਲ ਆ ਵੀ ਸ਼ਬਦ ਹੀ ਬੋਲੇ ਜਾ ਰਹੇ ਹਨ। ਅਤੇ ਸ਼ਬਦ ਦਾ ਅਰਥ ਸਿਰਫ ਇਹ ਨਹੀਂ ਹੈ ਵੀ ਸ਼ਬਦ ਦਾ ਇੱਕ ਰਟਨ ਹੀ ਕਰਨਾ ਹੈ। ਨਹੀਂ, ਉਪਦੇਸ਼ ਨੂੰ ਸੁਣ ਸੁਣ ਕੇ ਮਨ ਜਿਹਦਾ ਠਹਿਰ ਰਿਹਾ ਹੈ ਉਹਦਾ ਸ਼ਬਦ ਦੁਆਰਾ ਹੀ ਠਹਿਰ ਰਿਹਾ ਹੈ। ਗੁਰੂ ਦੇ ਮੰਤਰ ਦਾ ਅਰਥ ਵੀ ਹੁੰਦਾ ਹੈ ਗੁਰੂ ਦਾ ਉਪਦੇਸ਼। ਜਿਵੇਂ ਪੁਰਾਣੇ ਸਮੇਂ 'ਚ ਮੰਤਰੀ ਰੱਖੇ ਸਨ ਰਾਜਿਆਂ ਨੇ, ਸਲਾਹਕਾਰ, ਸਲਾਹ, ਉਪਦੇਸ਼। ਉਪਦੇਸ਼ 'ਤੇ ਟਿਕ ਗਿਆ ਮਨ, ਸ਼ਬਦ 'ਤੇ ਟਿਕ ਗਿਆ ਮਨ, ਅਤੇ ਮਨ ਨੂੰ ਟਿਕਾਉਣਾ ਹੈ। ਅਤੇ ਟਿਕਦਾ ਉਦੋਂ ਹੀ ਹੈ ਜਦੋਂ ਬਾਹਰੋਂ ਹਟੇ ਧਿਆਨ ਸੰਸਾਰ ਵੱਲੋਂ, ਤਾਂ ਹੀ ਟਿਕੇਗਾ। ਜਿੰਨਾ ਫਿਰ ਘੱਟ ਕਰਦਾ ਜਾਵੇਗਾ ਬਾਹਰੋਂ ਧਿਆਨ, ਓਨਾ ਹੀ ਟਿਕਦਾ ਜਾਵੇਗਾ ਆਸਤੇ ਆਸਤੇ। ਪਰ ਐਸਾ ਜਿਹੜਾ ਬਾਹਰ ਮੁਖੀ ਵਿਅਕਤੀ ਆ ਉਹ ਨਹੀਂ ਦੱਸਦਾ ਹੈ। ਇਸ ਕਾਰਨ ਧਰਮ ਜਿੰਨਾ ਚਿਰ ਅੰਤਰਮੁਖੀ ਵਿਅਕਤੀ ਹੁੰਦਾ ਹੈ, ਜਾਗਰਤ ਕਹਿ ਲਓ, ਉਹਨਾਂ ਚਿਰ ਉਹ ਦੱਸਦਾ ਰਹਿੰਦਾ ਹੈ ਵੀ ਇਸ ਢੰਗ ਦੇ ਨਾਲ ਧਿਆਨ ਹਟਾਉਣਾ ਹੈ, ਇਵੇਂ ਲਾਉਣਾ ਹੈ। ਅਤੇ ਉਹ ਲਾਉਂਦੇ ਰਹਿੰਦੇ ਸਨ। ਅਤੇ ਜਿਹਦੇ ਵਿੱਚ ਵੀ ਜਿਹਦਾ ਧਿਆਨ ਲੱਗ ਜਾਂਦਾ ਸੀ ਤਾਂ ਉਹਨੂੰ ਕਿਹਾ ਜਾਂਦਾ ਸੀ ਵੀ ਇੱਥੇ ਹੀ ਧਿਆਨ ਲਾ। ਜਿਵੇਂ ਸੇਵਾ ਵੀ ਇੱਕ ਨਾਮ ਹੈ ਪ੍ਰਮਾਤਮਾ ਦਾ, ਕਹਿ ਲਓ, ਸੇਵਾ ਦੁਆਰਾ ਵੀ ਧਿਆਨ ਹਟਦਾ ਹੈ, ਹਟਿਆ ਹੈ।
ਜਿਨ੍ਹਾਂ ਨੇ ਗੁਰੂ ਘਰ ਸੇਵਾ ਆਣ ਕੇ ਕੀਤੀ ਸੀ। ਗੁਰੂ ਰਾਮਦਾਸ ਜੀ, ਅਮਰਦਾਸ, ਬਾਬਾ ਲਹਿਣਾ ਜੀ, ਕਿੰਨੇ ਹੋਏ ਸਿੱਖ ਜਿਨ੍ਹਾਂ ਨੇ ਸੇਵਾ ਕੀਤੀ। ਤੋ ਸੇਵਾ ਦੇ ਵਿੱਚ ਮਨ ਲਾ ਲਿਆ, ਸੰਸਾਰ ਵੱਲੋਂ ਹਟ ਗਿਆ। ਪਰ ਉਹ ਹਟਦਾ ਉਦੋਂ ਹੈ ਜਦੋਂ ਜਾਗਰਤ ਪੁਰਸ਼ ਹੋਵੇ। ਸ਼ਬਦ ਦੁਆਰਾ ਧਿਆਨ ਉਦੋਂ ਹਟਦਾ ਹੈ ਜਦੋਂ ਕੋਈ ਜਾਗਰਤ ਪੁਰਸ਼ ਹੋਵੇ। ਤਦੇ ਕਿਹਾ ਹੈ ਨਾ, ਸਾਧੂ ਸੰਗ ਪ੍ਰਾਪਤ ਤੇ ਲਿਖਿਆ ਹੋਏ ਲਟਾਟ। ਵੀ ਵਾਰ-ਵਾਰ ਐਸੇ ਬਚਨ ਇਸੇ ਕਰਕੇ ਕੀਤੇ ਹਨ ਵੀ ਸ਼ਬਦ ਤੇ ਧਿਆਨ। ਹੁਣ ਆਪਣੇ ਆਪ ਕੋਈ ਸੇਵਾ ਕਰ ਰਿਹਾ ਹੈ ਜਾ ਕੇ, ਉਹਦਾ ਧਿਆਨ ਨਹੀਂ ਟਿਕੇਗਾ, ਕਿਉਂਕਿ ਉਹ ਮਨ ਕਰਕੇ ਕਰ ਰਿਹਾ ਹੈ ਨਾ। ਆਪਣਾ ਮਨ ਜਿਸ ਤਰ੍ਹਾਂ ਦਾ ਚਾਹੁੰਦਾ ਹੈ, ਕਈ ਸੇਵਾ ਕਰੀ ਜਾਂਦੇ ਹਨ ਉੱਦਾਂ ਦੀ, ਉਹਨਾਂ ਦਾ ਮਨ ਮਰਦਾ ਥੋੜ੍ਹੀ। ਅਤੇ ਗੁਰੂ ਉਸ ਸਮੇਂ ਵੈਸੀ ਸੇਵਾ ਕਰਾਉਂਦਾ ਸੀ ਜੈਸਾ ਉਹਨਾਂ ਦਾ ਮਨ ਚਾਹੁੰਦਾ ਨਹੀਂ ਸੀ, ਤਾਂ ਹੀ ਮਨ ਮਰਦਾ ਹੈ ਨਾ। ਮਨ ਤੋਂ ਉਲਟ ਕੰਮ ਕਰਵਾਇਆ ਜਾਂਦਾ ਹੈ, ਉਹਨੂੰ ਕਹਿੰਦੇ ਹਨ ਸੇਵਾ। ਅਤੇ ਜਦੋਂ ਸਿੱਖ ਜਾਂ ਸ਼ਿਸ਼ ਕਹਿ ਲਓ ਉਹ ਬਚਨ ਮੰਨਦਾ ਸੀ, ਉਹ ਕਹਿੰਦਾ ਚਲੋ ਛੱਡੋ ਪਰਾਂ, ਆਪਣੀ ਮਰਜ਼ੀ। ਹੁਣ ਗੁਰੂ ਦੀ ਮਰਜ਼ੀ ਦੇ ਮੁਤਾਬਕ ਜੀਣਾ, ਜਿਸ ਤਰ੍ਹਾਂ ਗੁਰੂ ਚਾਹਵੇ ਉੱਦਾਂ ਹੀ ਕਰਨਾ। ਤਾਂ ਉਹਦਾ ਫਿਰ ਮਨ ਨਹੀਂ ਸੀ ਚੱਲਦਾ, ਨਾ ਹੀ ਉਹ ਭਵਿੱਖ ਦੀ ਸੋਚਦਾ ਹੈ। ਹੁਣ ਗੁਰੂ ਜਾਣੇ, ਜਿਵੇਂ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਵੀ ਮੇਰੇ ਮਾਤਾ ਪਿਤਾ ਸਭ ਕੁਛ ਤੁਸੀਂ ਹੋ, ਤੁਸੀਂ ਜਾਣੋ। ਉਹ ਸੋਚਦਾ ਹੀ ਨਹੀਂ ਸੀ, ਨਾ ਖਾਣ ਬਾਰੇ ਸੋਚਣਾ, ਨਾ ਲਿਆਉਣ ਬਾਰੇ, ਨਾ ਰਹਿਣ ਬਾਰੇ, ਨਾ। ਅਤੇ ਸਮਰਪਿਤ ਹੋ ਜਾਂਦਾ ਸੀ, ਅਤੇ ਉਹਦਾ ਮਨ ਡਿੱਗ ਪੈਂਦਾ ਸੀ। ਅਤੇ ਇਕਾਗਰ ਹੋਇਆ ਮਨ ਫਿਰ ਗੁਰੂ ਨੂੰ ਭੇਟ ਕੀਤਾ ਜਾਂਦਾ ਹੈ। ਸੇਵਾ ਦੁਆਰਾ ਇਕਾਗਰ ਹੋਇਆ ਜਾਂ ਸਿਮਰਨ ਦੁਆਰਾ ਇਕਾਗਰ ਹੋਇਆ, ਕਿਉਂਕਿ ਇਕਾਗਰ ਹੋਇਆ ਮਨ ਮਿਟ ਨਹੀਂ ਗਿਆ ਹੈ, ਖਿਆਲ ਵਿੱਚ ਰੱਖਣ ਯੋਗ ਹੈ। ਸਿਮਰਨ ਕਰ ਕਰਕੇ ਜਾਂ ਧਿਆਨ ਕਰਕੇ ਮਨ ਇਕਾਗਰ ਹੁੰਦਾ ਹੈ, ਭਾਵ ਕਿ ਸੰਸਾਰ ਵੱਲੋਂ ਹਟ ਜਾਂਦਾ ਹੈ। ਅਤੇ ਹਟਿਆ ਹੋਇਆ ਮਨ ਫਿਰ ਭੇਟ ਕੀਤਾ ਜਾਂਦਾ ਹੈ। ਹੁਣ ਜਿਹੜਾ ਪਹਿਲਾਂ ਟੁਕੜੇ ਟੁਕੜੇ ਹੋਇਆ ਸੰਸਾਰ 'ਚ ਮਨ ਹੈ, ਉਹ ਗੁਰੂ ਨੂੰ ਭੇਟ ਥੋੜ੍ਹੀ ਕੀਤਾ ਜਾਂਦਾ। ਸੰਸਾਰ 'ਚ ਉਲਝਿਆ ਹੋਇਆ ਉਹ ਕਿਵੇਂ ਭੇਟ ਕਰੋਗੇ? ਪਿੱਛੇ ਤੇ ਰੱਸੀਆਂ ਬੱਧੀਆਂ ਹੋਈਆਂ, ਛਡਾਓਗੇ ਤਾਂ ਹੀ ਭੇਟ ਕਰੋਗੇ ਨਾ। ਪਹਿਲਾਂ ਤਾਂ ਇੱਥੋਂ ਛਡਾਓ, ਛਡਾ ਕੇ ਇਕੱਠਾ ਕਰਕੇ ਲਿਆਓ ਪੰਡ ਬੰਨ੍ਹ ਕੇ ਮਨ ਦੀ, ਫਿਰ ਹੀ ਭੇਟ ਕਰੋਗੇ ਨਾ ਗਠੜੀ ਬੰਨ੍ਹ ਕੇ। ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਪਹਿਲਾਂ ਗਠੜੀ ਬੰਨ੍ਹੋ, ਇਕਾਗਰ ਕਰੋ ਮਨ ਨੂੰ, ਹਟਾਓ ਸੰਸਾਰ ਵੱਲ। ਅਤੇ ਸੰਸਾਰ ਵੱਲੋਂ ਹਟਾਉਣ ਵਾਸਤੇ ਸ਼ਬਦ ਦਾ ਉਪਯੋਗ, ਤਾਂ ਉਹ ਸ਼ਬਦ ਦੁਬਾਰਾ ਸੰਸਾਰ ਵੱਲੋਂ ਹਟਾਉਂਦੇ ਸੀ। ਖਿਆਲ ਵਿੱਚ ਰੱਖਣ ਯੋਗ ਹੈ ਵੀ ਸ਼ਬਦ ਹੀ ਗੁਰੂ ਹੈ। ਹੁਣ ਜਿਵੇਂ ਮੈਂ ਆਹ ਸ਼ਬਦ ਬੋਲ ਰਿਹਾ, ਕਈ ਸੁਣਨ ਵਾਲੇ ਬਹੁਤ ਦੂਰ ਹਨ, ਅਤੇ ਉਹ ਸੁਣ ਸੁਣ ਕੇ ਹੀ ਸ਼ਾਂਤ ਹੋ ਰਹੇ ਹਨ, ਸਹਿਜ ਹੋ ਰਹੇ ਹਨ। ਤਾਂ ਉਹਨਾਂ ਨੇ ਮੈਨੂੰ ਦੇਖਿਆ ਵੀ ਨਹੀਂ। ਫਿਰ ਕਮਾਲ ਦੀ ਗੱਲ ਤਾਂ ਇਹ ਹੈ ਵੀ ਸਰੋਤੇ ਦੇਖੋ ਕਿੰਨੇ ਸਿਆਣੇ ਹਨ। ਜਦੋਂ ਦਾ ਵੀ ਤਕਰੀਬਨ ਇਹ ਗਰੁੱਪ ਚੱਲ ਰਹੇ ਹਨ, ਨਾ ਹੀ ਕਦੀ ਫਿਲਮ ਪਾਈ ਗਈ ਹੈ, ਨਾ ਹੀ ਕਦੀ ਫੋਟੋਆਂ ਪਾਈਆਂ ਜਾਂਦੀਆਂ। ਤੁਸੀਂ ਸੋਚਿਆ ਕਦੀ ਕਿਉਂ? ਕਿਉਂਕਿ ਤੁਸੀਂ ਮੇਰੇ ਸਰੀਰ ਨਾਲ ਨਹੀਂ ਜੁੜਨਾ ਹੈ, ਸਥੂਲ ਨਾਲ ਨਹੀਂ ਜੁੜਨਾ ਹੈ। ਇਹ ਜਿਹੜਾ ਸਰੀਰ ਹੈ ਨਾ, ਇਹ ਵੀ ਵੈਸਾ ਹੀ ਹੈ ਜੈਸਾ ਤੁਹਾਡਾ ਹੈ। ਇਹ ਵੀ ਮਿਥਿਆ ਹੀ ਹੈ, ਝੂਠ ਹੀ ਹੈ, ਇਹਦੇ ਨਾਲ ਥੋੜ੍ਹੀ ਜੁੜਨਾ ਸਰੀਰ ਨੂੰ। ਹੁਣ ਤੁਸੀਂ ਸਾਧੂ ਮਹਾਤਮਾ ਦੇਖੋ, ਆਪਣੀਆਂ ਫੋਟੋਆਂ ਹੀ ਪਾਈ ਜਾਂਦੇ ਆ,
ਫਿਲਮਾਂ ਬਣਾ ਕੇ ਉਹਨਾਂ ਨਾਲ ਹੀ ਜੁੜ ਰਹੇ ਹਨ ਲੋਕ, ਉਹਨਾਂ ਦੇ ਸਰੀਰਾਂ ਨਾਲ ਜੁੜ ਜਾਂਦੇ। ਉਹ ਜਿੱਥੇ ਰਹਿੰਦੇ ਹਨ ਉੱਥੇ ਆਪਣੀਆਂ ਫੋਟੋਆਂ ਲਾਈਆਂ ਹੁੰਦੀਆਂ ਬਹੁਤ ਉਹਨਾਂ ਨੇ, ਜਾਂ ਆਪਣੇ ਜਿਹੜੇ ਪਿੱਛੇ ਸੰਤ ਮਹਾਤਮਾ ਹੋਏ ਹਨ ਉਹਨਾਂ ਦੀਆਂ ਫੋਟੋਆਂ ਲਾ ਲੈਂਦੇ, ਉਹਨਾਂ ਨਾਲ ਜੋੜਦੇ ਰਹਿੰਦੇ। ਦੱਸੋ, ਜੋੜ ਫਿਰ ਵੀ ਫੋਟੋਆਂ ਨਾਲ ਰਹੇ ਹਨ ਜਾਂ ਅੰਗੀਠੀਆਂ ਨਾਲ ਜੋੜ ਦਿੰਦੇ ਹਨ, ਬਾਹਰ ਹੀ ਕਿਤੇ ਨਾ ਕਿਤੇ ਜੋੜ ਜਾਂਦੇ ਹਨ। ਸ਼ਬਦ ਨਾਲ ਕੌਣ ਜੋੜ ਰਿਹਾ ਹੈ? ਸ਼ਬਦ ਦੇ ਸਹਾਰਾ ਲੈ ਲੈਂਦੇ ਹਨ। ਜੋੜ ਤੇ ਉਹ ਆਪਣੇ ਸਥਾਨ ਨਾਲ ਹੀ ਰਹੇ ਹਨ ਵੀ ਪੁਰਾਣੇ ਮਹਾਂਪੁਰਸ਼ ਇੱਥੇ ਹੋਏ ਤਾਂ ਉਹਦੇ ਨਾਲ ਜੋੜ ਦਿੱਤਾ, ਅਤੇ ਬਾਹਰ ਜੋੜ ਰਹੇ ਹਨ, ਆਕਾਰ ਨਾਲ ਜੋੜ ਰਹੇ ਹਨ। ਪਰ ਸ਼ਬਦ ਦੁਆਰਾ ਆਕਾਰ ਨਾਲ ਨਹੀਂ ਜੁੜਿਆ ਜਾਂਦਾ। ਜਿਵੇਂ ਤੁਸੀਂ ਸ਼ਬਦ ਸੁਣ ਰਹੇ ਹੋ ਅਤੇ ਸੁਣ ਕੇ ਤੁਸੀਂ ਜੁੜ ਰਹੇ ਹੋ, ਅਤੇ ਜੁੜ ਰਹੇ ਹੋ ਮੇਰੇ ਨਾਲ, ਪਰ ਮੇਰੇ ਆਕਾਰ ਨਾਲ ਥੋੜ੍ਹੀ ਜੁੜ ਰਹੇ ਹੋ। ਆਕਾਰ ਤਾਂ ਤੁਸੀਂ ਦੇਖਿਆ ਨਹੀਂ ਕਈਆਂ। ਤਾਂ ਅਗਰ ਤੁਸੀਂ ਸੋਚ ਲਓ ਵੀ ਆਕਾਰ ਹੈ ਹੀ ਨਹੀਂ ਅਤੇ ਤਾਂ ਵੀ ਤੁਸੀਂ ਜੁੜੋਗੇ, ਕਿਉਂਕਿ ਆਕਾਰ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਉਪਦੇਸ਼ ਸੁਣ ਰਹੇ ਹੋ ਤੁਸੀਂ, ਪਰ ਇੱਥੇ ਫਰਕ ਇਹ ਪੈਂਦਾ ਹੈ ਵੀ ਜਿਹੜਾ ਉਪਦੇਸ਼ ਪੁਰਾਣੇ ਸਤਿਗੁਰਾਂ ਦਾ ਹੈ ਉਹਨੂੰ ਮੰਨਣ ਵਾਲੇ ਜਿਹੜੇ ਹਨ ਉਹ ਭਟਕੇ ਇਸ ਕਰਕੇ ਜ਼ਿਆਦਾ ਜਾਂਦੇ ਹਨ ਕਿ ਉਹਨਾਂ ਨੂੰ ਸਾਹਮਣੇ ਕੋਈ ਵਰਜਣ ਵਾਲਾ ਨਹੀਂ ਹੈ। ਹੁਣ ਜਿਵੇਂ ਅਕਸਰ ਕਈ ਸਰੋਤੇ ਪੁੱਛ ਲੈਂਦੇ ਹਨ ਵੀ ਤੁਸੀਂ ਕਹਿੰਦੇ ਹੋ ਸੰਸਾਰ ਛੱਡ ਦੇਣਾ ਹੈ, ਤਾਂ ਅਸੀਂ ਕੀ ਗੱਲ ਛੱਡ ਦਈਏ? ਅਤੇ ਮੈਂ ਕਹਿੰਦਾ ਨਹੀਂ, ਸੰਸਾਰ ਬਿਲਕੁਲ ਨਹੀਂ ਛੱਡਣਾ। ਛੱਡ ਕੇ ਜਾਣਾ ਕਿੱਥੇ? ਵਿੱਚ ਹੀ ਰਹਿਣਾ। ਮੈਂ ਛੱਡਣ ਵਾਸਤੇ ਕਹਿ ਨਹੀਂ ਰਿਹਾ, ਮੈਂ ਤਾਂ ਕਹਿੰਦਾ ਧਿਆਨ ਹਟਾਉਣਾ ਹੈ। ਅਤੇ ਸਾਹਮਣੇ ਹਾਂ ਤਾਂ ਮੈਂ ਰੋਕ ਲੈਂਦਾ ਹਾਂ ਨਾ। ਤੋ ਕੁਛ ਐਸੇ ਹਨ ਜਿਹੜੇ ਪੁੱਛ ਲੈਂਦੇ ਹਨ ਕਿ ਗੱਲ ਅਸੀਂ ਇੱਦਾਂ ਹੀ ਰਹੀ ਜਾਈਏ ਸੰਸਾਰ ਦੇ ਵਿੱਚ। ਮੈਂ ਕਿਹਾ ਨਹੀਂ, ਬਿਲਕੁਲ ਨਹੀਂ ਰਹਿਣਾ ਹੈ ਇੱਦਾਂ ਹੀ ਸੰਸਾਰ ਦੇ ਵਿੱਚ। ਸੰਸਾਰ ਤੋਂ ਨਿਰਲੇਪ ਹੋਣਾ। ਮੈਂ ਫਿਰ ਦੋਵੇਂ ਗੱਲਾਂ ਕਹਿ ਰਿਹਾ ਹਾਂ, ਖਿਆਲ ਵਿੱਚ ਰੱਖਣ ਯੋਗ ਹੈ। ਜੋ ਪਿਛਲੇ ਗਿਆਨਵਾਨ ਪੁਰਸ਼ਾਂ ਨੇ ਕਹੀਆਂ ਸਨ ਗੌਤਮ ਬੁੱਧ ਦੇ ਟਾਈਮ, ਅਤੇ ਦੂਸਰੇ ਜੋ ਬਾਬੇ ਨਾਨਕ ਦੇਵ ਜੀ ਦੇ ਸਮੇਂ ਕਹੀਆਂ ਸਨ ਗੁਰੂਆਂ ਨੇ, ਭਗਤਾਂ ਨੇ, ਪੀਰਾਂ ਫਕੀਰਾਂ ਨੇ, ਉਹ ਵੀ ਮੈਂ ਨਾਲ ਹੀ ਕਹਿ ਰਿਹਾ। ਮੈਂ ਕਹਿੰਦਾ ਸੰਸਾਰ ਦੇ ਵਿੱਚ ਰਹਿਣਾ ਵੀ ਨਹੀਂ ਹੈ, ਪੂਰਾ ਦਾ ਪੂਰਾ ਹੀ ਤਿਆਗ ਕਰਨਾ ਹੈ। ਅਤੇ ਦੂਸਰੀ ਗੱਲ ਵੀ ਮੈਂ ਨਾਲ ਹੀ ਕਹਿ ਦਿੰਦਾ ਵੀ ਤਿਆਗ ਬਿਲਕੁਲ ਨਹੀਂ ਕਰਨਾ ਹੈ, ਨੱਠਣਾ ਨਹੀਂ ਹੈ ਸੰਸਾਰ 'ਚ। ਸੰਸਾਰ ਦੇ ਵਿੱਚ ਰਹਿੰਦੇ ਹੋਏ ਹੀ ਸੰਸਾਰ ਨਾਲੋਂ ਨਿਰਲੇਪ ਹੋਣਾ ਹੈ, ਧਿਆਨ ਹਟਾਉਣਾ ਹੈ। ਜਿਵੇਂ ਕਿਹਾ ਹੈ ਨਾ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੀ ਉਦਾਸਾ। ਮੈਂ ਕਹਿੰਦਾ ਜੰਗਲ ਬਣਾ ਲਓ ਇੱਥੇ ਘਰ ਨੂੰ ਹੀ, ਜੰਗਲ ਹੀ ਸਮਝੋ, ਤਾਂ ਇੱਥੇ ਹੀ ਤੁਸੀਂ ਮੁਕਤ ਹੋ ਸਕਦੇ ਹੋ, ਨਿਰਲੇਪ ਹੋ ਸਕਦੇ ਹੋ ਰਹਿੰਦੇ ਹੋਏ। ਅਤੇ ਮੈਂ ਦੇਖ ਰਿਹਾ ਵੀ ਦੋਵਾਂ ਤਰ੍ਹਾਂ ਦੇ ਲੋਕ ਹਨ, ਬਲਕਿ ਬਹੁਤ ਕਿਸਮ ਦੇ ਲੋਕ ਹਨ, ਦੋ ਤਰ੍ਹਾਂ ਦੇ। ਤਾਂ ਉਹਨਾਂ ਨੂੰ ਦੇਖ ਕੇ ਕੁਛ ਕਿਹਾ ਜਾਂਦਾ ਹੈ, ਕਿਉਂਕਿ ਜਿਹੜਾ ਦੇਖ ਰਿਹਾ ਉਹ ਜਾਣ ਰਿਹਾ ਹੈ ਨਾ ਕਿਵੇਂ ਕਿਵੇਂ ਲੋਕ ਫਸਦੇ ਆ। ਆਹ ਦੇਖੋ ਜਿਹੜੀਆਂ ਪੰਕਤੀਆਂ ਪਿੱਛੇ ਪੜ੍ਹ ਕੇ ਹਟੇ ਹਾਂ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ। ਕਹਿੰਦੇ ਹਨ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਮੁਕਤੀ ਕਿਵੇਂ ਹੋਵੇਗੀ? ਬਿਨ ਗੁਰ, ਗੁਰੂ ਦੇ ਉਪਦੇਸ਼ ਤੋਂ ਬਿਨਾਂ। ਭਾਵ ਇਹ ਹੈ, ਉਹਨਾਂ ਨੇ ਇਹ ਨਹੀਂ ਕਿਹਾ ਹੈ ਵੀ ਸ਼ਬਦ ਦੁਆਰਾ ਹੀ ਮੁਕਤੀ ਹੋ ਜਾਵੇਗੀ, ਸ਼ਬਦ ਹੀ ਨਹੀਂ, ਉਹਨਾਂ ਨੇ ਕਿਹਾ ਗੁਰ ਸ਼ਬਦ। ਅਤੇ ਜਿਹੜਾ ਸਾਹਮਣੇ ਹੈ ਉਹ ਸ਼ਬਦਾਂ ਦੁਆਰਾ ਰੋਕਦਾ ਹੈ, ਸ਼ਬਦਾਂ ਦੁਆਰਾ ਟੋਕਦਾ ਹੈ, ਸ਼ਬਦਾਂ ਦੁਆਰਾ ਵਰਜਦਾ ਹੈ, ਸ਼ਬਦਾਂ ਦੁਆਰਾ ਸਵਾਰਦਾ ਹੈ, ਸ਼ਬਦ ਦੁਆਰਾ ਹੀ ਘੜਿਆ ਜਾਂਦਾ ਹੈ। ਘੜੀਏ ਸੱਚੀ ਟਕਸਾਲ। ਉਹ ਘੜਦਾ ਹੈ, ਚੋਟ ਕਰਦਾ ਹੈ,
ਵਾਰ-ਵਾਰ। ਤੇ ਜਿਹੜਾ ਜਾਣਦਾ ਹੈ, ਦੇਖ ਰਿਹਾ ਹੈ, ਉਹਨੂੰ ਪਤਾ ਹੈ। ਪਰ ਜਿਹੜੇ ਜੇ ਚੱਲ ਰਹੇ ਹਨ, ਉਹਨਾਂ ਨੂੰ ਇਉਂ ਲੱਗਦਾ ਹੈ ਜਿਵੇਂ ਸਿੱਖਾਂ ਨੂੰ ਜ਼ਿਆਦਾਤਰ ਵੀ ਆਹ ਜਿਹੜੇ ਸ਼ਬਦ ਹਨ, ਉਪਦੇਸ਼ ਹਨ, ਇਹਨਾਂ ਨੂੰ ਹੀ ਪੜ੍ਹਨਾ ਹੈ। ਨਹੀਂ, ਇਹਨਾਂ ਨੂੰ ਪੜ੍ਹ ਕੇ ਨਹੀਂ, ਨਾ ਹੀ ਜਪ ਕਰਕੇ। ਹੁਣ ਕਈਆਂ ਨੇ ਸ਼ਬਦ ਗੁਰੂ ਨੂੰ ਘਰੇ ਰੱਖਿਆ ਹੋਇਆ ਹੈ ਅਤੇ ਬੜਾ ਜਪ ਕਰਦੇ ਹਨ, ਪਰ ਉਹਨਾਂ ਦੇ ਜੀਵਨ ਦੇਖੋ ਉੱਦਾਂ ਹੀ ਮਾਇਆ ਮੋਹ 'ਚ ਉਲਝੇ ਹੋਏ। ਜ਼ਿਆਦਾਤਰ ਸਿੱਖ ਦੇਖੋ ਬਹੁਤ ਪਾਠ ਕਰਦੇ, ਕਈ ਦੇਖਿਆ ਮੈਂ, ਬੜਾ ਜਪ ਕਰਦੇ, ਮੰਤਰਾਂ ਦਾ ਕਰਾਉਂਦੇ ਹਨ, ਵੀ ਮਾਇਆ ਮੋਹ ਦੇ ਵਿੱਚ ਵੀ ਉੱਦਾਂ ਹੀ ਉਲਝੇ ਹੋਏ, ਕਿਉਂਕਿ ਉਹ ਦੂਸਰਾ ਪੱਖ ਨਹੀਂ ਨਾ ਪਤਾ ਹੈ ਇਹਨਾਂ ਨੂੰ, ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਹੈ। ਦਰਅਸਲ ਖਿਆਲ ਵਿੱਚ ਵੀ ਨਹੀਂ ਆਉਂਦਾ ਹੈ ਵੀ ਇੱਧਰੋਂ ਅਗਰ ਸੰਸਾਰ ਵੱਲੋਂ ਧਿਆਨ ਹਟਾ ਦਿੱਤਾ, ਜੀਵਾਂਗੇ ਕਿਵੇਂ? ਗ੍ਰਸਤੀ ਆਦਮੀ ਇੱਦਾਂ ਹੀ ਸੋਚਦਾ ਹੈ, ਫਿਰ ਜੀਵਨ ਕਿਵੇਂ ਚੱਲੂਗਾ? ਬੱਚੇ, ਪਰਿਵਾਰ, ਖਿਆਲ ਵਿੱਚ ਨਹੀਂ ਆਉਂਦਾ ਜਿਨ੍ਹਾਂ ਦਾ ਨਾਂ ਹਟਿਆ ਹੋਵੇ ਵੀ ਇਹ ਸਭ ਕੁਛ ਚੱਲਦਾ ਹੈ ਬਿਨਾਂ ਸੰਸਾਰ ਦੇ ਧਿਆਨ ਕੀਤਿਆਂ ਵੀ, ਕਿਉਂਕਿ ਚੱਲਦਾ ਰਿਹਾ ਹੈ। ਹੁਣ ਕਬੀਰ ਜੀ ਧਿਆਨ ਥੋੜ੍ਹੀ ਸੰਸਾਰ ਦਾ ਕਰ ਰਹੇ ਸਨ, ਬਿਜਨਸ ਵਧਾ ਰਹੇ ਸਨ। ਉਹਨਾਂ ਨੇ ਕਿਹੜੇ ਉੱਥੇ ਖੱਡੀਆਂ ਦੀਆਂ ਫੈਕਟਰੀਆਂ ਲਾ ਲਈ, ਉਹ ਸਿਰਫ ਉਪਜੀਵਕਾ ਵਾਸਤੇ ਉਹਨਾਂ ਕੁ ਕਰਦੇ ਸਨ। ਅਤੇ ਉਹਨਾਂ ਕੁ ਤਾਂ ਹਰ ਜਗ੍ਹਾ ਹੀ ਕਰਨਾ ਹੈ। ਜਿਹੜੇ ਗੁਰੂਆਂ ਕੋਲ ਸੇਵਾਦਾਰ ਰਹਿੰਦੇ ਸਨ, ਉਹ ਵੀ ਕਰ ਰਹੇ ਸਨ ਸੇਵਾ, ਅਤੇ ਹੱਥ ਪੈਰ ਦੇ ਕੰਮ ਕਰਨੇ ਹੀ ਹੈ ਸਾਰੇ। ਪਰ ਚਿੱਤ ਨਿਰੰਜਨ ਨਾਲ, ਕਹਿੰਦੇ ਨਾ, ਹੱਥ ਪਾਂਵ ਕਰ ਕਾਮ ਸਭ, ਚਿੱਤ ਨਿਰੰਜਨ ਨਾਲ। ਅਤੇ ਨਿਰੰਜਨ ਨਾਲ ਚਿੱਤ ਉਦੋਂ ਹੀ ਰਹੂਗਾ ਜਦੋਂ ਸੰਸਾਰ ਵੱਲੋਂ ਹਟੂਗਾ। ਅਤੇ ਜਿੱਦਾਂ ਹਟ ਜਾਂਦਾ ਹੈ ਨਾ, ਉਹਦਾ ਫਿਰ ਪਰਮਾਤਮਾ ਦਾ ਸਿਮਰਨ ਚੱਲਦਾ ਹੈ।